एडवोकेट्स आर सपोज टू डिफेंड द राइट्स ऑफ द सिटीजन्स और सिटीजन्स के राइट्स डिफेंड करते करते अगर एडवोकेट कोई उसी कटहरे में खड़ा कर दिया जाए तो गल बड़ी पेचीदा है। इट्स अ वेरी सीरियस मैटर। ਕਿ ਆਖਰਕਾਰ ਜਦੋਂ ਉਹਨਾਂ ਦੀ ਇਨਵੋਲਵਮੈਂਟ ਸਿਰਫ ਇਹੀ ਕਰਕੇ ਸੀ ਕਿ ਉਹ ਕੇਸ ਲੜ ਰਹੇ ਸੀ ਜਾਂ ਫਿਰ ਉਹਨਾਂ ਦੀ ਹੋਰ ਵੀ ਕੋਈ ਗੱਲਬਾਤਾਂ ਇਹ ਗੈਂਗਸਟਰ ਗਰੁੱਪਸ ਦੇ ਨਾਲ ਸੀ? देखिए, डॉक्टर शैली शर्मा इज एन वेरी वेरी ऑनरेबल मेंबर ऑफ द बार। वो अपनी ड्यूटीज परफॉर्म कर रही हैं और जो सर्च मेमो उनको दिया गया उसमें सिर्फ और सिर्फ उनके रेजिडेंशियल प्रेमिसेस की सर्च के लिए प्रोविजन था। ना तो डॉक्टर शैली शर्मा कोई एक्यूज्ड है ना ही सस्पेक्ट है। तो जो ये सवाल आप शैली शर्मा से या बार एसोसिएशन से पूछ रहे हैं, ये सारे के सारे सवाल इनफैक्ट एनआईए ने बताने कि व्हाट इज द रीजन फॉर सर्च। मेन बात ये है कि अगर वो किसी गैंगस्टर का केस या किसी एक्यूज का केस कर रहे हैं, what is wrong in it? It is the professional duty of an advocate. ਹੁਣ ਇਹ ਜਿਹੜੀ ਜੇ ਕਹੀਏ ਕਿ ਸਟ੍ਰਾਈਕ ਦਾ ਜਦੋਂ ਤੱਕ ਤਾਂ ਗੱਲ ਕੱਲੀ ਜੇ ਕਹੀਏ ਕਿ ਮੈਡਮ ਸ਼ੈਲੀ ਤੱਕ ਦੀ ਸੀਗੀ, ਉਦੋਂ ਤੱਕ ਉਹ ਸੀਗਾ ਕਿ ਐਨਆਈਏ ਨੂੰ ਕੀ ਜਵਾਬ ਦਿੰਦੇ ਨੇ, ਕਿ ਐਨਆਈਏ ਦੁਬਾਰਾ ਉਹਨਾਂ ਨੂੰ ਪੁੱਛ-ਗਿੱਛ ਵਿੱਚ ਤੇ ਬੁਲਾਉਂਦੀ ਹੈ ਜਾਂ ਨਹੀਂ। ਪਰ ਹੁਣ ਜਦੋਂ ਸਟ੍ਰਾਈਕ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਇਹਦੇ ਤੇ ਤਾਂ ਫਿਰ ਆਮ ਸਾਰੇ ਹੀ ਲੋਕ ਜਿੰਨੇ ਵੀ ਕੋਰਟ ਦੇ ਨਾਲ ਜੁੜੇ ਹੋਏ ਨੇ ਤੇ ਪਲੱਸ ਜਿਨ੍ਹਾਂ ਦੀ ਕੋਰਟ ਦੇ ਨਾਲ ਅੱਗੇ ਜਦੋਂ ਕਿਸੇ ਦੀਆਂ ਪੇਸ਼ੀਆਂ ਨੇ ਕੋਈ ਮਾਮਲੇ ਚੱਲ ਰਹੇ ਨੇ ਉਹਦੇ ਵਿੱਚ ਸਭ ਨੂੰ ਕਿਤੇ ਨਾ ਕਿਤੇ ਇਫੈਕਟ ਜਾਊਗਾ। 18 अक्टूबर का ये इंसिडेंट है। टुडे इज 1 नवंबर, ऑलमोस्ट 13 to 14 days. We have waited enough. We have been requesting them, writing letters to do the needful. ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਕਈ ਦਿਨ ਪਹਿਲਾਂ ਅਸੀਂ ਦੇਖਿਆ ਸੀਗਾ ਕਿ ਇੱਕ ਵਕੀਲ ਦੇ ਘਰੇ ਐਨਆਈਏ ਦੀ ਰੇਡ ਹੁੰਦੀ ਹੈ। ਖੈਰ ਐਨਆਈਏ ਦੀ ਰੇਡਾਂ ਗੈਂਗਸਟਰਾਂ ਨੂੰ ਲੈ ਕੇ ਬਹੁਤ ਥਾਵਾਂ ਤੇ ਹੋਈਆਂ ਨੇ, ਪਰ ਇਸ ਵਾਰੀ ਕੌਣ ਸੀ ਨਿਸ਼ਾਨੇ ਤੇ? ਇੱਕ ਵਕੀਲ ਜਿਹੜੇ ਲਗਾਤਾਰ ਜੇ ਕਹੀਏ ਕਿ ਗੈਂਗਸਟਰਾਂ ਦੇ ਕੇਸ ਹੀ ਕਹਿੰਦੇ ਉਹਨਾਂ ਦੇ ਕੋਲ ਸਭ ਤੋਂ ਜ਼ਿਆਦਾ ਨੇ। ਹੁਣ ਗੱਲ ਇੱਥੇ ਤੱਕ ਪਹੁੰਚ ਗਈ ਕਿ ਉਹਦੇ ਦੋ ਜਿਹੜੇ ਫੋਨ ਨੇ ਉਹਨਾਂ ਦੇ ਕਹਿੰਦੇ ਸੀਜ਼ ਕੀਤੇ ਗਏ ਸੀਗੇ ਤੇ ਆਪ ਵਕੀਲ ਸਾਹਿਬਾਂ ਨੇ ਦੱਸਿਆ ਸੀਗਾ ਕਿ ਆਮ ਤੌਰ ਤੇ ਵਕੀਲਾਂ ਦੇ ਕੋਲੇ ਇਸ ਤਰ੍ਹਾਂ ਦੇ ਲੋਕ ਆਉਂਦੇ ਰਹਿੰਦੇ ਨੇ, ਇਹਦੇ ਵਿੱਚ ਵੱਡੀ ਗੱਲ ਕੀ ਆ? ਪਰ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਿਹੜੀ ਬਾਰ ਐਸੋਸੀਏਸ਼ਨ ਹੈ ਉਹਨਾਂ ਦੇ ਵੱਲੋਂ ਹੁਣ ਸਟ੍ਰਾਈਕ ਕਰ ਦਿੱਤੀ ਗਈ ਆ। ਵਾਈਸ ਪ੍ਰੈਜ਼ੀਡੈਂਟ ਸਾਡੇ ਨਾਲ ਕਰਨ ਜੀ ਹੈਗੇ ਨੇ। ਕਰਨ ਜੀ, ਦੇਖਿਆ ਜਾਵੇ ਕਿ ਪਹਿਲਾਂ ਵੀ ਖੈਰ ਕੁਝ ਕੁ ਮਾਮਲੇ ਤਾਂ ਦੇਖੇ ਗਏ ਨੇ, ਪਰ ਇੱਧਰ ਲੱਗਦਾ ਵੀ ਆਪਣੇ ਖੇਤਰ ਦੇ ਵਿੱਚ ਪਹਿਲਾ ਵੱਡਾ ਮਾਮਲਾ ਹੈ ਕਿ ਐਨਆਈਏ ਇੱਕ ਵਕੀਲ ਦੇ ਘਰੇ ਰੇਡ ਕਰਦੀ ਹੈ, ਇਸ ਕਰਕੇ ਕਿਉਂਕਿ ਜ਼ਿਆਦਾਤਰ ਉਹਦੇ ਕੋਲ ਗੈਂਗਸਟਰਾਂ ਦੀ ਕੇਸ ਨੇ। बड़ी स्ट्रेंज गल है जी। एडवोकेट्स आर सपोज टू डिफेंड द राइट्स ऑफ द सिटीजन्स और सिटीजन्स के राइट्स डिफेंड करते करते अगर एडवोकेट कोई उसी कटहरे में खड़ा कर दिया जाए तो गल बड़ी पेचीदा है। इट्स अ वेरी सीरियस मैटर। ਤੁਹਾਡੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਲੈਟਰ ਵੀ ਲਿਖਿਆ ਗਿਆ ਸੀ ਐਨਆਈਏ ਨੂੰ ਤੇ ਉਹਦਾ ਕੋਈ ਜਵਾਬ ਆਇਆ? ਕੋਈ ਉਹਨਾਂ ਨੇ ਦੱਸਿਆ ਕਿ ਆਖਰਕਾਰ ਕਿਉਂ ਨਹੀਂ ਉਹ ਹਜੇ ਇਸ ਫੋਨ ਵਾਪਸ ਕਰ ਸਕਦੇ ਜਾਂ ਅੱਗੇ ਕੀ ਕਾਰਵਾਈ ਰਹਿਣ ਵਾਲੀ ਹੈਗੀ ਸਿੱਧੀ ਵਕੀਲ ਨੂੰ ਲੈ ਕੇ? वी आर स्टिल वेटिंग फॉर द कंफर्मेशन। अगर कोई जवाब आया होता वो भी जनरल हाउस में पुट किया जाता, बट आज की डेट में कोई भी जवाब नहीं आया है। ਤੇ ਲੱਗਦਾ ਕੀ ਹੈ ਕਿਉਂਕਿ ਤੁਹਾਡੇ ਨਾਲ ਤਾਂ ਵਕੀਲ ਨੇ ਡਿਸਕਸ ਕਰੀ ਹੋਣੀ ਹੈ, ਮੈਡਮ ਸ਼ੈਲੀ ਸੀਗੇ ਜਿਹੜੇ ਜਿਨ੍ਹਾਂ ਦੇ ਘਰੇ ਰੇਡ ਹੁੰਦੀ ਹੈ, ਕਿ ਆਖਰਕਾਰ ਜਦੋਂ ਉਹਨਾਂ ਦੀ ਇਨਵੋਲਵਮੈਂਟ ਸਿਰਫ ਇਹੀ ਕਰਕੇ ਸੀ ਕਿ ਉਹ ਕੇਸ ਲੜ ਰਹੇ ਸੀ ਜਾਂ ਫਿਰ ਉਹਨਾਂ ਦੀ ਹੋਰ ਵੀ ਕੋਈ ਗੱਲਬਾਤਾਂ ਇਹ ਗੈਂਗਸਟਰ ਗਰੁੱਪਸ ਦੇ ਨਾਲ ਸੀ? देखिए, डॉक्टर शैली शर्मा इज एन वेरी वेरी ऑनरेबल मेंबर ऑफ द बार। वो अपनी ड्यूटीज परफॉर्म कर रही हैं और जो सर्च मेमो उनको दिया गया उसमें सिर्फ और सिर्फ उनके रेजिडेंशियल प्रेमिसेस की सर्च के लिए प्रोविजन था। अब क्यों ये रेड उनके रेजिडेंशियल प्रेमिसेस को छोड़ के उनके ऑफिस के अंदर एक्सटेंड कर दी गई और क्यों उनके ऑफिस से रिलेटेड चीजें, मोबाइल फोन और सिम कार्ड एनआईए लेके चली गई, इसकी एक्सप्लेनेशन कंसर्न ऑफिसर ऑफ द एनआईए ही दे सकता है। जहां तक कि डॉक्टर शैली शर्मा इज कंसर्न, उन्होंने बार बार सबके सामने कहा है she is only conducting the cases as a lawyer। ਉਹਨਾਂ ਨੇ ਦੱਸਿਆ ਕੁਝ ਕਿ ਆਖਰਕਾਰ ਕੋਈ ਪਾਰਟਿਕੂਲਰਲੀ, ਕਿਉਂਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਜੱਗੂ ਭਗਵਾਨਪੁਰੀ ਦਾ ਵੀ ਕੇਸ ਹੈ, ਸ਼ਾਇਦ ਲਾਰੈਂਸ ਹੋਰਾਂ ਦੇ ਵੀ ਸ਼ਾਇਦ ਕੋਈ ਕੇਸ ਹੈਗੇ ਨੇ ਉਹਨਾਂ ਕੋਲੇ। ਉਹਨਾਂ ਨੇ ਦੱਸਿਆ ਪਾਰਟਿਕੂਲਰਲੀ ਕਿਸ ਕੇਸ ਨੂੰ ਲੈ ਕੇ ਉਹਨਾਂ ਨੇ ਜ਼ਿਆਦਾਤਰ ਇਸ ਚੀਜ਼ ਨੂੰ ਨੋਟਿਸ ਕੀਤਾ ਕਿ ਆਖਰ ਉਹਨਾਂ ਨੂੰ ਸਰਚ ਕਰਨ ਤੱਕ ਆਉਣੀ ਪਈ।
देखिए अगेन जो सर्च वारंट है वो स्पेसिफिकली रेजिडेंशियल प्रेमिसेस का था. रीजन फॉर सर्च वारंट में नहीं लिखा गया. ना तो डॉक्टर शैली शर्मा कोई एक्यूज्ड है ना ही सस्पेक्ट है. तो जो ये सवाल आप शैली शर्मा से या बार एसोसिएशन से पूछ रहे हैं, ये सारे के सारे सवाल इनफैक्ट एनआईए ने बताने हैं कि व्हाट इज द रीजन फॉर सर्च. जो जनरल हाउस है वहां पर भी यही डेलिब्रेशन हुई कि भाई विदाउट देयर बीइंग एनी रीजन फॉर सर्च व्हाई दिस एक्शन हैज बीन टेकन. ये जो एप्रीहेंशन है कि वो गैंगस्टर की केस करते हैं या क्या कोई और केस करते हैं, ये सारी एप्रीहेंशन है. मेन बात यह है कि अगर वो किसी गैंगस्टर का केस या किसी एक्यूज का केस कर रहे हैं, what is wrong in it? It is the professional duty of an advocate to appear in the cases for which the advocate is engaged. That's all. ਕਿ ਜਿਵੇਂ ਜੇ ਕਹੀਏ ਕਿ ਥੋੜਾ ਜਿਹਾ ਸੌਖੇ ਸ਼ਬਦਾਂ ਨਾਲ ਸਮਝਣਾ ਚਾਹੀਏ ਕਿ ਜੇਕਰ ਕੋਈ ਵਕੀਲ ਵੀ ਕਿਸੇ ਹੁਣ ਸਪੋਜ਼ ਕਰੋ ਗੈਂਗਸਟਰ ਨੇ, ਟੈਰਰਿਸਟ ਨੇਗੇ, तमाम ਦੇ ਕੇਸਾਂ ਦੇ ਵਿੱਚ ਹੁਣ ਸੁਣਵਾਈ ਦੇ ਦੌਰਾਨ ਹੁੰਦਾ ਇਹ ਹੈ ਕਿ ਇੱਕ ਵਿਰੋਧੀ ਪੱਖ ਹੁੰਦਾ ਤੇ ਇੱਕ ਦੂਜਾ ਪਾਸਾ ਹੁੰਦਾ ਹੈਗਾ, ਕੋਈ ਵਿਕਟਿਮ ਹੈਗਾ, ਤਾਂ ਉਹਦੇ ਤੌਰ ਤੇ ਵਕੀਲ ਦੋਨੇ ਪਾਸੋਂ ਪੇਸ਼ ਹੁੰਦੇ ਨੇ, ਫੈਸਲਾ ਕੋਰਟ ਨੇ ਕਰਨਾ ਹੁੰਦਾ. ਇਹ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੇ ਮਾਮਲਾ ਆਇਆ ਦੇਖਣ ਨੂੰ ਕਿ ਆਖਰਕਾਰ ਇੱਕ ਵਕੀਲ ਤੋਂ ਹੀ ਇਹ ਗੱਲ ਦੀ ਪੁੱਛਗਿੱਛ ਹੋਣ ਲੱਗ ਜਾਏ ਕਿ ਹੋਰ ਬਥੇਰੇ ਵੱਡੇ ਵਕੀਲ ਨੇ? ਕਿਉਂਕਿ ਉਹਦੇ ਜਿਹੜਾ ਮੈਡਮ ਸ਼ੈਲੀ ਨੇ ਦੱਸਿਆ ਸੀ, ਉਹ ਕਹਿੰਦੇ ਵੀ ਮੈਨੂੰ ਐਨਆਈਏ ਨੇ ਇਹ ਵੀ ਗੱਲ ਕਹੀ ਕਿ ਹੋਰ ਬਥੇਰੇ ਵੱਡੇ ਵਕੀਲ ਨੇ, ਤੁਹਾਡੇ ਕੋਲ ਹੀ ਕਿਉਂ ਆਉਂਦੇ ਨੇ? फिर वही बात कि क्लाइंट और एडवोकेट्स के प्रिविलेजेस, एंगेजमेंट, इसका किसी भी इन्वेस्टिगेटिव एजेंसी को कोई लेना देना नहीं. हमारे लिए सारे एडवोकेट्स एक जैसे हैं. ये मीडिया की परसेप्शन है कि कौन बड़ा एडवोकेट है, कौन छोटा एडवोकेट है. ये मीडिया की परसेप्शन है कि कौन सा केस बहुत बड़ा है और कौन सा छोटा है. फॉर अस ऑल केसेस आर अलाइक. सारे के सारे केसेस इक्वल सिटीजन्स ऑफ द कंट्री के लिए हैं और हम यही उम्मीद करते हैं कि कोर्ट और कचहरियों में भी वो सारे लोग इक्वल सिटीजन्स और इक्वली इंपॉर्टेंट केसेस की तरह ट्रीट किए जाए. ये डिस्क्रिमिनेशन हमारी बनाई हुई नहीं. ਇਹ ਐਨਆਈਏ ਕਹਿੰਦੀ ਹੈ ਉਹਨਾਂ ਨੂੰ ਉਸ ਦਿਨ एनआईए जो मैडम आपको एनआईए से पूछना चाहिए. एनआईए से पूछना चाहिए कि भाई कि क्या सर्कमस्टांसेस थे एक्सेप्शनल कि ऐसा प्रोसेस अडॉप्ट किया गया, दैट टू अगेंस्ट अ पर्सन हु इज नॉट एन एक्यूज्ड. ਤੇ ਹੁਣ ਇਹ ਜਿਹੜੀ ਜੇ ਕਹੀਏ ਕਿ ਸਟ੍ਰਾਈਕ ਦਾ ਜਦੋਂ ਤੱਕ ਤਾਂ ਗੱਲ ਕੱਲੀ ਜੇ ਕਹੀਏ ਕਿ ਮੈਡਮ ਸ਼ੈਲੀ ਤੱਕ ਦੀ ਸੀਗੀ, ਉਦੋਂ ਤੱਕ ਉਹ ਸੀਗਾ ਕਿ ਐਨਆਈਏ ਨੂੰ ਕੀ ਜਵਾਬ ਦਿੰਦੇ ਨੇ, ਕਿ ਐਨਆਈਏ ਦੁਬਾਰੇ ਉਹਨਾਂ ਨੂੰ ਪੁੱਛਗਿੱਛ ਵਿੱਚ ਤੇ ਬੁਲਾਉਂਦੀ ਹੈ ਜਾਂ ਨਹੀਂ. ਪਰ ਹੁਣ ਜਦੋਂ ਸਟ੍ਰਾਈਕ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਇਹਦੇ ਤੇ ਤਾਂ ਫਿਰ ਆਮ ਸਾਰੇ ਹੀ ਲੋਕ ਜਿੰਨੇ ਵੀ ਕੋਰਟ ਦੇ ਨਾਲ ਜੁੜੇ ਹੋਏ ਨੇ ਤੇ ਪਲੱਸ ਜਿਨ੍ਹਾਂ ਦੀ ਕੋਰਟ ਦੇ ਨਾਲ ਅੱਗੇ ਜਦੋਂ ਕਿਸੇ ਦੀਆਂ ਪੇਸ਼ੀਆਂ ਨੇ ਕੋਈ ਮਾਮਲੇ ਚੱਲ ਰਹੇ ਨੇ, ਉਹਦੇ ਵਿੱਚ ਸਭ ਨੂੰ ਕਿਤੇ ਨਾ ਕਿਤੇ ਇਫੈਕਟ ਜਾਊਗਾ ਇਸ ਚੀਜ਼ ਦਾ? देखिए फेथ इन द सिस्टम इज द ओनली वे फॉरवर्ड. सभी लोग काम करना चाहते हैं, एवरीबडी वांट्स टू वर्क, और मेरे को पूरा फेथ है हमारे जुडिशियल सिस्टम में कि हर एक सर्कमस्टांसेस के अंदर सब्सटेंटिव जस्टिस डिलीवर करने के लिए ये केपेबल है. ਤੇ ਨਾਲ ਹੀ ਇੱਕ ਲਾਸਟ ਚੈਨਲ ਦੱਸ ਦਿਓ ਫਿਰ ਇਹ ਕਿੰਨੇ ਕੁ ਦਿਨ ਦਾ ਕੋਈ ਰੱਖਿਆ ਤੁਸੀਂ ਕਿ ਸਟ੍ਰਾਈਕ ਕਿੰਨੇ ਦਿਨ ਰਹੂਗੀ ਜਾਂ ਇੱਕ ਦਿਨ ਵਾਸਤੇ ਹੈ ਤੇ ਕੰਮ ਵੀ ਉਹਨੇ ਦਿਨ ਫਿਰ ਲਗਾਤਾਰ ਬੰਦ ਰਹਿਣ ਵਾਲਾ ਹੀ ਹੈਗਾ? ये अगेन काम बंद रहने वाली बात तो फिर हम ऐसा कुछ नहीं है कि काम तो हो ही रहा है. नाउ द क्वेश्चन इज वो किसकी असिस्टेंस से हो रहा है. आप हमसे भी मिल रहे हैं, आप कोर्ट के अंदर हैं इस वक्त. मुझे नहीं लगता कि यहां पर कोई भी ऑब्स्ट्रक्शन है टूवर्ड्स वर्क. ये एक प्रेफरेंस है, एक सवाल है, एक इंस्टीट्यूशन है लीगल फेटर्निटी की. उस लीगल फेटर्निटी की इंस्टीट्यूशन को डीरेल करने का प्रोसेस तो नहीं किया जा रहा. सो देयरफॉर ऑल दीज क्वेश्चंस शुड बी आस्क्ड फ्रॉम द इन्वेस्टिगेटिव एजेंसी. आफ्टर ऑल ये स्ट्राइक एक दिन में नहीं हो गई. 18 अक्टूबर का ये इंसिडेंट है. टुडे इज 1 नवंबर, ऑलमोस्ट 13 to 14 days. We have waited enough. We have been requesting them, writing letters to do the needful.
ਤੇ ਇਹ ਡਿਮਾਂਡ ਕਰ ਲਈ ਉਹਨਾਂ ਦਾ ਮੋਬਾਈਲ ਵਾਪਸ ਕਰਨ ਦੀ ਰੱਖੀ ਗਈ ਹੈ ਜਾਂ ਉਸ ਪੂਰੇ ਮਾਮਲੇ ਨੂੰ ਲੈ ਕੇ ਕਿ ਦੁਬਾਰਾ ਵਕੀਲ ਨੂੰ ਨਾ ਹੋ ਤੰਗ ਕੀਤਾ ਜਾਵੇ? सो फार जो अंडरस्टैंडिंग है सब्जेक्ट मैटर की जनरल हाउस के अंदर जो चीज आई है उसमें ये है कि आप कम से कम मोबाइल और सिम कार्ड तो वापस करिए कि सिम कार्ड से एक एडवोकेट की प्रोफेशनल ड्यूटीज एसोसिएटेड हैं टू कांटेक्ट विद द क्लाइंट या क्लाइंट ने कांटेक्ट करना है. शी कांट गेट अ न्यू सिम कार्ड ऑफ द सेम नंबर इशूड. उनके अपने पर्सनल बैंक अकाउंट्स हैं वो लिंक्ड है उस नंबर से. यू हैव टू अंडरस्टैंड कि 14 दिन हो गए आज. रादर देन एक्सपीडाइटिंग मोबाइल से अगर किसी ने डाटा लेना है तो कितना टाइम लगता है? 10 मिनट टू कॉपी दी मोबाइल. Why can't it be returned? And these answers have to be given by the agency, not the lawyer. Dr. Shelly Sharma तो victim है. ਬਿਲਕੁਲ ਇਹ ਪੂਰੇ ਮਾਮਲੇ 'ਚ ਦੇਖਿਆ ਜਾਵੇ ਤਾਂ ਉਹਦੇ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਹੈਰਾਨੀ ਬਾਕੀ ਜਗ੍ਹਾ ਤੇ ਵੀ ਦੇਖਣ ਨੂੰ ਮਿਲੀ ਕਿ ਆਖਰ ਕਰਕੇ ਇੱਕ ਵਕੀਲ ਤਾਂ ਆਮ ਤੌਰ ਤੇ ਦੇਖਦੇ ਆਂਗੇ ਕਿ ਅਸੀਂ ਵੱਡੇ ਵੱਡੇ ਚਾਹੇ ਗੈਂਗਸਟਰ ਨੇਗੇ ਚਾਹੇ ਟੈਰਰਿਸਟ ਨੇਗੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਵੀ ਵਕੀਲ ਹਮੇਸ਼ਾ ਪੇਸ਼ ਹੁੰਦੇ ਨੇਗੇ. ਉਹ ਅਲੱਗ ਗੱਲ ਹੁੰਦੀ ਹੈ ਕਿ ਉਹਦੇ ਤੇ ਜਜਮੈਂਟਾਂ ਕੀ ਰਹਿੰਦੀਆਂ ਨੇਗੀਆਂ, ਕੋਰਟ ਕਿੰਨਾ ਫੈਕਟਰਾਂ ਨੂੰ ਦੇਖਦੇ ਹੋਏ ਕਿਹਨੂੰ ਛੱਡਦਾ ਤੇ ਕਿਹਨੂੰ ਫੜਦਾ. ਪਰ ਨਾਲ ਨਾਲ ਇਹਨਾਂ ਜ਼ਰੂਰ ਹੈ ਐਨਆਈਏ ਦੇ ਜਿਸ ਤਰ੍ਹਾਂ ਦੇ ਨਾਲ ਰੇਡ ਕੀਤੀ ਤਾਂ ਉਸ ਤੋਂ ਬਾਅਦ ਦੇ ਵਿੱਚ तमाम ਵਕੀਲ ਜਗਤ ਦੇ ਵਿੱਚ ਰੋਸ਼ ਰਿਹਾ ਤੇ ਉਹੀ ਰੋਸ਼ ਹੈ ਕਿ ਅੱਜ ਜਿਸ ਤਰ੍ਹਾਂ ਦੇ ਨਾਲ ਹੁਣ ਸਟ੍ਰਾਈਕ ਵਕੀਲਾਂ ਨੇ ਕਰੀ ਹੈ ਕਿ ਕਮ ਸੇ ਕਮ ਉਹਦਾ ਮੋਬਾਈਲ ਤੇ ਸਿਮ ਕਾਰਡ ਤਾਂ ਜਿਹੜਾ ਵਾਪਿਸ ਕੀਤਾ ਜਾਵੇ ਤਾਂ ਕਿ ਉਹ ਆਪਦੇ ਜਿਹੜੀ ਆਮ ਉਹਨਾਂ ਦੀ ਦਿਨਚਰਿਆ ਉਹ ਡਿਸਟਰਬ ਨਾ ਹੋਵੇ. ਪਰ ਸਵਾਲ ਇਹ ਕਿ ਆਖਰਕਾਰ ਜੇਕਰ ਐਨਆਈਏ ਇੱਕ ਵਕੀਲ ਨੂੰ ਫੜਦੀ ਹੈ ਤਾਂ ਕੱਲ ਨੂੰ ਬਾਕੀ ਵਕੀਲਾਂ ਜਾਂ ਕਈ ਇੱਕ ਪੂਰੀ ਵਕੀਲ ਜਮਾਤ ਨੂੰ ਲੈ ਕੇ ਮੈਸੇਜ ਕੀ ਜਾਂਦਾ ਕਿ ਜਿਹੜੇ ਲੋਕ ਗੈਂਗਸਟਰਾਂ ਦੇ ਕੇਸ ਲੜ ਰਹੇ ਨੇ ਤਾਂ ਕਿ ਉਹ ਕੇਸ ਲੜਨੋਂ ਹਟ ਜਾਣ. ਕਿਉਂਕਿ ਕਾਨੂੰਨ ਇਹ ਗੱਲ ਕਹਿੰਦਾ ਕਿ ਚਾਹੇ ਜਿੰਨਾ ਚਿਰ ਤੱਕ ਉਹਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਉਹ ਤੱਕ ਉਹਨੂੰ ਉਹਨਾਂ ਚਿਰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਜਿੰਨਾ ਚਿਰ ਕੋਰਟ ਦੇ ਵਿੱਚ ਕੋਈ ਜਜਮੈਂਟਾਂ ਨਹੀਂ ਆਉਂਦੀਆਂ. ਤੇ ਵਕੀਲ ਅਕਸਰ ਉਹਨਾਂ ਦੀ ਲੜਾਈ ਲੜਦੇ ਨਜ਼ਰ ਆਉਂਦੇ ਨੇ. ਵੀਡੀਓ ਜਰਨਲਿਸਟ ਅਸ਼ੋਕ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ.